हाँ जी ਹੈਲੋ एवरीवन। ਤਾਂ ਆਪਾਂ ਇੰਟਰੋਡਕਸ਼ਨ ਵਿਦ ਇੰਡੀਆ ਕੰਪਲੀਟ ਕਰ ਲਏ ਪਹਿਲੇ 3 ਲੈਕਚਰਾਂ ਦੇ ਵਿੱਚੋਂ। ਠੀਕ ਹੈ, ਤਾਂ ਜੀਓਗ੍ਰਾਫੀ ਦਾ 4th ਲੈਕਚਰ ਹੈ ਜਿਹਦੇ ਅੰਦਰ ਆਪਾਂ ਪੜ੍ਹਨਾ ਹੈ ਕਲਾਈਮੇਟ ਆਫ ਇੰਡੀਆ ਪਾਰਟ 1। ਠੀਕ ਹੈ, ਕਲਾਈਮੇਟ ਬਾਰੇ ਮੈਂ ਹਲਕਾ ਜਿਹਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਕਲਾਈਮੇਟ ਹੁੰਦਾ ਕੀ ਹੈ, ਜਲਵਾਯੂ। ਤੇ ਭਾਰਤ ਦੀ ਜਿਹੜੀ ਜਲਵਾਯੂ ਕਿਹੜੀ ਹੈ, ਮੌਨਸੂਨੀ, ਯਾਨੀ ਕਿ ਮੌਨਸੂਨ ਨਾਲ ਸਿੱਧਾ ਸੰਬੰਧ ਹੈ ਭਾਰਤ ਦੀ ਜਲਵਾਯੂ ਦੇ ਨਾਲ। ਠੀਕ ਹੈ, ਆਪਾਂ ਮੌਨਸੂਨ ਨੂੰ ਬੇਸਿਕਲੀ ਪੜ੍ਹਨਾ ਹੈ ਤੇ ਆਪ ਨੂੰ ਇਹ ਵੀ ਪਤਾ ਹੈ ਕਿ ਮੌਨਸੂਨ ਇੱਕ ਤਰ੍ਹਾਂ ਦੀ ਵਿੰਡ ਹੈ ਜਾਂ ਪਵਨ ਹੈ ਜਿਹੜੀ ਆਪਣੇ ਨਾਲ ਬਾਰਿਸ਼ ਲੈ ਕੇ ਆਉਂਦੀ ਹੈ ਤੇ ਪੂਰੇ ਇੰਡੀਆ 'ਚ ਮੀਂਹ ਪਾਉਂਦੀ ਹੈ। ਠੀਕ ਹੈ, ਜੂਨ ਤੋਂ ਲੈ ਕੇ ਸੈਪਟੈਂਬਰ ਤੱਕ ਬਾਰਿਸ਼ ਪੈਂਦੀ ਹੈ ਮੌਨਸੂਨ ਦੇ ਕਰਕੇ। ਤਾਂ ਪੂਰਾ ਮੌਨਸੂਨ ਪੜ੍ਹਨਾ ਆਪਾਂ ਕਲਾਈਮੇਟ ਟੌਪਿਕ ਦੇ ਅੰਦਰ, ਪਰ ਇਹ ਪਾਰਟ 1 ਹੈ। ਠੀਕ ਹੈ, ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੌਨਸੂਨ ਨੂੰ ਡਾਇਰੈਕਟਲੀ ਨਹੀਂ ਪੜ੍ਹਿਆ ਜਾ ਸਕਦਾ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਪਤਾ ਹੋਣਾ ਜ਼ਰੂਰੀ ਨੇ। ਠੀਕ ਹੈ, ਤਾਂ ਪਾਰਟ 1 'ਚ ਆਪਾਂ ਸਾਰੇ ਫੈਕਟਰ ਪੜਾਂਗੇ ਜਿਹੜੇ ਮੌਨਸੂਨ ਨੂੰ ਪੜ੍ਹਨ ਵਾਸਤੇ ਇੰਪੋਰਟੈਂਟ ਨੇ। ਉਸ ਤੋਂ ਬਾਅਦ ਪਾਰਟ 2 'ਚ ਆਪਾਂ ਪੂਰਾ ਕਲਾਈਮੇਟ ਪੜ੍ਹ ਕੇ ਸਾਈਡ ਕਰ ਦਿਆਂਗੇ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ। ਇਹ ਹੈ ਜੀ ਇੰਡੀਆ ਦੀ ਲੋਕੇਸ਼ਨ। ਤਾਂ ਇੰਡੀਆ ਦੀ ਲੋਕੇਸ਼ਨ ਆਪਾਂ ਨੂੰ ਨੀਟ ਐਂਡ ਕਲੀਅਰ ਪਤਾ ਹੋਣੀ ਚਾਹੀਦੀ ਹੈ ਕਿ ਇੰਡੀਆ ਕਿੱਥੇ ਕਰਕੇ ਹੈ। ਤਾਂ ਤੁਹਾਨੂੰ ਇਹ ਗਲੋਬ ਦਿਖ ਰਿਹਾ, ਇਹਦੀ ਬਿਲਕੁਲ ਸੈਂਟਰ ਦੀ ਇੱਕ ਮੇਨ ਲਾਈਨ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਇਕੁਏਟਰ, ਜਿਹੜੀ ਹੈ 0 ਡਿਗਰੀ। ਤਾਂ ਇਹ 0 ਡਿਗਰੀ ਨੂੰ ਇਕੁਏਟਰ ਕਿਹਾ ਜਾਂਦਾ ਹੈ ਕਿਉਂਕਿ ਧਰਤੀ ਨੂੰ ਇਹ ਦੋ ਹਿੱਸਿਆਂ 'ਚ ਵੰਡ ਦਿੰਦੀ ਹੈ। ਆਪਣਾ ਇੰਡੀਆ ਆ ਰਿਹਾ, ਆ ਰੈੱਡ ਕਲਰ ਦਾ ਪੋਰਸ਼ਨ। ਠੀਕ ਹੈ ਜੀ, ਇੰਡੀਆ ਦੇ ਵਿੱਚੋਂ ਜਿਹੜੀ ਲਾਈਨ ਕ੍ਰੋਸ ਕਰਦੀ ਹੈ, ਜਿਹੜਾ ਲੈਟੀਟਿਊਡ ਕ੍ਰੋਸ ਕਰਦਾ ਹੈ, ਉਹ ਹੈ 23.5 ਡਿਗਰੀ। 23.5 ਡਿਗਰੀ, ਇਹਦਾ ਨਾਮ ਹੈ ਟ੍ਰੋਪਿਕ ਆਫ ਕੈਂਸਰ। ਟ੍ਰੋਪਿਕ ਆਫ ਕੈਂਸਰ ਦਾ ਮਤਲਬ ਕਰਕ ਰੇਖਾ। ਠੀਕ ਹੈ ਜੀ, ਸਿਰਫ ਇਹ ਲੋਕੇਸ਼ਨ ਦੱਸ ਰਿਹਾ ਮੈਂ। ਆਹ ਵਾਲਾ ਨਾਰਥ ਅਮਰੀਕਾ ਹੈ, ਸਾਊਥ ਅਮਰੀਕਾ, ਅਫਰੀਕਾ। ਅਫਰੀਕਾ ਦੇ ਨਾਲ ਜਿਹੜਾ ਆਹ ਵਾਲਾ ਆਈਲੈਂਡ ਦਿਖ ਰਿਹਾ ਤੁਹਾਨੂੰ, ਇਹ ਆਈਲੈਂਡ ਹੈ ਮੈਡਾਗਾਸਕਰ। ਮੈਡਾਗਾਸਕਰ, ਠੀਕ ਹੈ, ਇਹਦਾ ਜ਼ਿਕਰ ਹੋਏਗਾ ਅੱਗੇ, ਇਸ ਕਰਕੇ ਦੱਸ ਰਿਹਾ ਕਿੱਥੇ ਹੈ। ਅਫਰੀਕਾ ਮਹਾਦਵੀਪ ਦਾ ਹਿੱਸਾ ਇੱਕ ਆਈਲੈਂਡ ਹੈ। ਠੀਕ ਹੈ ਜੀ, ਉੱਪਰ ਯੂਰਪ ਆ ਗਿਆ, ਆ ਯੂਰਪ ਹੈ। ਏਸ਼ੀਆ ਮਹਾਦਵੀਪ, ਆ ਇੰਡੀਆ ਇਹਦਾ ਹਿੱਸਾ ਹੈ। ਇੱਧਰ ਇੰਡੀਆ ਦੇ ਅਰਬ ਸਾਗਰ ਹੈ, ਇੱਧਰ ਬੰਗਾਲ ਦੀ ਖਾੜੀ ਹੈ, ਇਹ ਆਪ ਨੂੰ ਪਤਾ ਹੀ ਹੈ। ਇਹ ਆਪਣਾ ਆਸਟ੍ਰੇਲੀਆ ਮਹਾਦਵੀਪ ਹੈ, ਇਹ ਆਪਣਾ ਅੰਟਾਰਕਟਿਕਾ ਮਹਾਦਵੀਪ ਹੈ ਸਭ ਤੋਂ ਥੱਲੇ। ਠੀਕ ਹੈ ਜੀ, ਹਿੰਦ ਮਹਾਸਾਗਰ ਇੰਡੀਆ ਦੇ ਥੱਲੇ ਪੈਂਦਾ। ਤਾਂ ਬੇਸਿਕਲੀ ਆਹ ਲੋਕੇਸ਼ਨਸ ਪਤਾ ਹੋਣੀਆਂ ਚਾਹੀਦੀਆਂ ਨੇ। ਪ੍ਰਸ਼ਾਂਤ ਮਹਾਸਾਗਰ ਸਭ ਤੋਂ ਵੱਡਾ ਮਹਾਸਾਗਰ ਹੈ, ਆ ਰਿਹਾ ਜੀ ਸਾਰਾ। ਅੱਧਾ ਇਸ ਸਾਈਡ ਹੈ, ਅੱਧਾ ਇਸ ਸਾਈਡ ਹੈ, ਮਤਲਬ ਕਿ ਬਹੁਤ ਵੱਡਾ ਹੈ। ਹਾਫ ਸਰਕਲ ਇੰਨਾ ਕਵਰ ਕਰਕੇ ਧਰਤੀ ਦੇ ਪਿੱਛੋਂ ਦੀ ਹੁੰਦਾ ਹੋਇਆ ਇਸ ਸਾਈਡ ਤੱਕ ਮੌਜੂਦ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਪ੍ਰਸ਼ਾਂਤ ਮਹਾਸਾਗਰ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਮਹਾਸਾਗਰ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਆ ਹੈ ਅਟਲਾਂਟਿਕ ਓਸ਼ਨ। ਨੌਰਥ ਸਾਊਥ ਬਸ ਡਾਇਰੈਕਸ਼ਨ ਵਾਈਜ਼ ਲਿਖਿਆ ਹੋਇਆ, ਇਹ ਸਾਰਾ ਅਟਲਾਂਟਿਕ ਓਸ਼ਨ ਹੈ। ਠੀਕ ਹੈ ਜੀ, ਤਾਂ ਇਹਨਾਂ ਦਾ ਜ਼ਿਕਰ ਹੋਏਗਾ ਅੱਗੇ ਜਾ ਕੇ। ਆਈ ਹੋਪ ਤੁਹਾਨੂੰ ਲੋਕੇਸ਼ਨ ਕਲੀਅਰ ਹੋ ਗਈ ਹੋਏਗੀ। ਅੱਗੇ ਚੱਲਦੇ ਹਾਂ। ਅਗਲੀ ਜਿਹੜੀ ਇੰਪੋਰਟੈਂਟ ਬੇਸਿਕ ਚੀਜ਼ ਹੈ ਉਹ ਹੈ ਹੀਟ ਜ਼ੋਨ ਐਂਡ ਫੋਕਸ ਸ਼ਿਫਟਿੰਗ ਆਫ ਸਨ। ਇਹ ਵੀ ਇੱਕ ਬੇਸਿਕ ਫੰਡਾ ਹੈ, ਮੌਨਸੂਨ ਨੂੰ ਪੜ੍ਹਨ ਵਾਸਤੇ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ। ਤਾਂ ਦੇਖਦੇ ਹਾਂ ਕੀ ਚੀਜ਼ ਹੈ ਹੀਟ ਜ਼ੋਨ। ਹੀਟ ਜ਼ੋਨ ਰਾਜੇ ਕੀ ਹੁੰਦਾ ਹੈ ਕਿ ਆਪਣੀ ਧਰਤੀ 'ਤੇ ਕਿੱਥੇ ਟੈਂਪਰੇਚਰ ਬਹੁਤ ਜ਼ਿਆਦਾ ਰਹਿੰਦਾ, ਕਿੱਥੇ ਟੈਂਪਰੇਚਰ ਮੋਡਰੇਟ ਯਾਨੀ ਕਿ ਠੀਕ ਠਾਕ ਜਿਹਾ ਰਹਿੰਦਾ, ਅਤੇ ਕਿੱਥੇ ਟੈਂਪਰੇਚਰ ਸਭ ਤੋਂ ਠੰਡਾ ਰਹਿੰਦਾ। ਤਾਂ ਕੁੱਲ ਮਿਲਾ ਕੇ ਆਪਣੀ ਧਰਤੀ 'ਤੇ 3 ਹੀਟ ਜ਼ੋਨ ਨੇ। ਠੀਕ ਹੈ ਜੀ, ਵੇਖਦੇ ਹਾਂ ਇਸ ਡਾਇਗਰਾਮ ਤੋਂ। ਆਹ ਵਾਲੀ ਲਾਈਨ ਸੀ 23.5 ਡਿਗਰੀ ਟ੍ਰੋਪਿਕ ਆਫ ਕੈਂਸਰ, ਯਾਦ ਹੈ ਮੈਂ ਤੁਹਾਨੂੰ ਮੈਪ 'ਤੇ ਦਿਖਾਈ ਸੀ। ਆਹ ਵਾਲਾ ਆਪਣਾ ਇਕੁਏਟਰ ਹੈ ਅਤੇ ਆਹ ਵਾਲਾ ਆਪਣਾ ਟ੍ਰੋਪਿਕ ਆਫ ਕੈਪਰੀਕੋਨ ਹੈ, ਯਾਨੀ ਕਿ ਮੱਕਰ ਰੇਖਾ। ਉੱਪਰ ਵਾਲੀ ਕਿਹੜੀ ਸੀ, ਕਰਕ ਰੇਖਾ। ਠੀਕ ਹੈ ਜੀ, ਹੁਣ ਇਸ ਰੀਜਨ 'ਚ ਕੀ ਹੁੰਦਾ ਹੈ, ਸੂਰਜ ਦੀਆਂ ਕਿਰਨਾਂ ਬਿਲਕੁਲ ਸਿੱਧੀਆਂ ਪੈਂਦੀਆਂ। ਸੂਰਜ ਦੀਆਂ ਕਿਰਨਾਂ ਸਭ ਤੋਂ ਸਿੱਧੀਆਂ ਪੈਂਦੀਆਂ ਨੇ
ਤਾਂ ਇਹ ਬਣ ਜਾਂਦਾ ਆਪਣਾ ਪਹਿਲਾ ਹੀਟ ਜ਼ੋਨ। ਇਸ ਹੀਟ ਜ਼ੋਨ ਨੂੰ ਕਿਹਾ ਜਾਂਦਾ ਹੈ ਟ੍ਰੋਪੀਕਲ ਹੀਟ ਜ਼ੋਨ। ਟ੍ਰੋਪੀਕਲ ਹੀਟ ਜ਼ੋਨ ਯਾਨੀ ਕਿ ਇੱਥੇ ਟੈਂਪਰੇਚਰ ਬਹੁਤ ਹਾਈ ਹੋਏਗਾ, ਆਹ ਵਾਲੀ ਕੰਡੀਸ਼ਨ। ਠੀਕ ਹੈ ਜੀ, ਤਾਂ ਟੈਂਪਰੇਚਰ ਬਹੁਤ ਹਾਈ ਹੁੰਦਾ ਇੱਥੇ ਆ ਪੂਰੇ ਰੀਜਨ 'ਚ। ਨੈਕਸਟ ਚਲਦੇ ਹਾਂ ਟੈਂਪਰੇਟ ਰੀਜਨ, ਮਤਲਬ 23.5 ਤੋਂ ਲੈ ਕੇ 23.5 ਤੱਕ ਤਾਂ ਹੋ ਗਿਆ ਟ੍ਰੋਪੀਕਲ ਰੀਜਨ। 23.5 ਤੋਂ ਲੈ ਕੇ 66 ਆਹ ਵਾਲਾ, ਤੇ 23.5 ਤੋਂ ਲੈ ਕੇ 66 ਥੱਲੇ ਵਾਲਾ ਜਿਹੜਾ ਗ੍ਰੀਨ ਪੋਰਸ਼ਨ ਦਿਖ ਰਿਹਾ ਹੈ, ਇੱਥੇ ਸੂਰਜ ਦੀਆਂ ਕਿਰਨਾਂ ਤਿਰਛੀਆਂ ਪਹੁੰਚਦੀਆਂ ਨੇ ਕੁਛ ਇਸ ਤਰ੍ਹਾਂ। ਇਸ ਕਰਕੇ ਇੱਥੇ ਟੈਂਪਰੇਚਰ ਜ਼ਿਆਦਾ ਨਹੀਂ ਵੱਧਦਾ, ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਠੰਡ ਹੁੰਦੀ ਹੈ। ਮਤਲਬ ਨਾ ਤਾਂ ਟੈਂਪਰੇਚਰ ਬਹੁਤ ਹਾਈ ਹੁੰਦਾ, ਨਾ ਹੀ ਬਹੁਤ ਲੋ ਹੁੰਦਾ, ਮੀਡੀਅਮ ਜਿਹਾ ਹੁੰਦਾ ਹੈ। ਇਸ ਕਰਕੇ ਇਹਨੂੰ ਜਾਂ ਤਾਂ ਕਹਿ ਦਿੰਦੇ ਹਾਂ ਸਬ ਟ੍ਰੋਪੀਕਲ ਜ਼ੋਨ, ਕਿ ਟ੍ਰੋਪੀਕਲ ਤੋਂ ਉੱਤੇ ਆ ਗਏ ਆਪਾਂ, ਜਾਂ ਕਹਿ ਦਿੰਦੇ ਹਾਂ ਟੈਂਪਰੇਟ ਜ਼ੋਨ। ਟੈਂਪਰੇਟ ਇੰਗਲਿਸ਼ ਦਾ ਸ਼ਬਦ ਹੈ ਜਿਹਦਾ ਮਤਲਬ ਇਹ ਹੁੰਦਾ ਹੈ ਕਿ ਨਾ ਜ਼ਿਆਦਾ ਤੇ ਨਾ ਜ਼ਿਆਦਾ ਘੱਟ, ਮੀਡੀਅਮ ਵਿੱਚ ਰਹਿਣ ਵਾਲਾ। ਠੀਕ ਹੈ ਜੀ, ਤਾਂ ਸਬ ਟ੍ਰੋਪੀਕਲ ਇੱਕ ਉੱਪਰ ਹੋ ਗਿਆ 23.5 ਤੋਂ 66। ਇੱਥੇ 66 ਕਰ ਲਿਆ ਜੇ, ਇਕੱਲਾ 66 ਲਿਖਿਆ। ਠੀਕ ਹੈ, ਇਹ ਵੀ ਹੋ ਗਿਆ ਸਬ ਟ੍ਰੋਪੀਕਲ, ਜਾਂ ਇਹਨੂੰ ਕਹਿ ਦਿਆਂਗੇ ਟੈਂਪਰੇਟ ਜ਼ੋਨ। ਠੀਕ ਹੈ ਜੀ, ਤੀਸਰਾ ਹੀਟ ਜ਼ੋਨ ਰਾਜੇ ਆਪਣਾ ਹੈ 66 ਤੋਂ ਲੈ ਕੇ 90 ਡਿਗਰੀ ਨਾਰਥ ਉੱਪਰ ਤੇ 66 ਤੋਂ 90 ਡਿਗਰੀ ਸਾਊਥ ਥੱਲੇ। ਇਸ ਰੀਜਨ 'ਚ ਸੂਰਜ ਦੀ ਕਿਰਨਾਂ ਪ੍ਰੋਪਰਲੀ ਨਹੀਂ ਪਹੁੰਚਦੀਆਂ, ਇਸ ਕਰਕੇ ਇਹ ਰੀਜਨ ਜਿਹੜਾ ਹੈ ਫ੍ਰੀਜ਼ਿਡ ਰੀਜਨ ਕਹਿਲਾਉਂਦਾ ਹੈ। ਕਿਹੜਾ ਰੀਜਨ? ਫ੍ਰੀਜ਼ਿਡ, ਯਾਨੀ ਕਿ ਬਹੁਤ ਠੰਡਾ। ਥੱਲੇ ਵੀ ਲਿਖਦੀ ਹੈ ਫ੍ਰੀਜ਼ਿਡ। ਤਾਂ ਟੋਟਲ ਆਪਣੀ ਧਰਤੀ ਤੇ ਕਿੰਨੇ ਹੀਟ ਜ਼ੋਨ ਨੇ? 3। ਟ੍ਰੋਪੀਕਲ ਹੀਟ ਜ਼ੋਨ 23.5 ਤੋਂ 23.5 ਦੇ ਵਿਚਕਾਰ ਬਹੁਤ ਗਰਮੀ ਹੁੰਦੀ ਹੈ। ਮੀਡੀਅਮ ਸਬ ਟ੍ਰੋਪੀਕਲ 23.5 ਤੋਂ 66 ਉੱਪਰ ਥੱਲੇ। ਫ੍ਰੀਜ਼ਿਡ 66 ਤੋਂ 90 ਉੱਪਰ ਥੱਲੇ। ਠੀਕ ਹੈ ਜੀ, ਤਾਂ ਇਹ 3 ਹੀਟ ਜ਼ੋਨ ਨੇ। ਇਰੇਜ਼ ਕਰਦੇ ਹਾਂ। ਹੁਣ ਆਪਾਂ ਅੱਗੇ ਦੇਖਦੇ ਹਾਂ ਫੋਕਸ ਸ਼ਿਫਟਿੰਗ ਆਫ ਸਨ। ਚਲੋ, ਹੀਟ ਜ਼ੋਨ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਏਗਾ। ਇਹਦੇ ਤੇ ਕਈ ਵਾਰੀ ਕੁਐਸਚਨ ਵੀ ਬਣ ਜਾਂਦਾ ਹੁੰਦਾ ਹੈ ਕਿ ਸਭ ਤੋਂ ਗਰਮ ਰੀਜਨ ਕਿਹੜਾ ਹੈ? ਸਭ ਤੋਂ ਗਰਮ ਰੀਜਨ ਕਿਹੜਾ ਹੈ? ਤਾਂ ਆਨਸਰ ਹੋਏਗਾ ਟ੍ਰੋਪੀਕਲ ਰੀਜਨ। ਸਭ ਤੋਂ ਠੰਡਾ ਰੀਜਨ ਕਿਹੜਾ ਹੈ? ਤਾਂ ਆਨਸਰ ਹੋਏਗਾ ਫ੍ਰੀਜ਼ਿਡ ਰੀਜਨ। ਠੀਕ ਹੈ ਜੀ, ਤਾਂ ਇਹਦਾ ਰੀਜਨ ਪੁੱਛ ਰਿਹਾ। ਅਗਰ ਮੈਂ ਇੱਥੋਂ ਹੀ ਕੁਐਸਚਨ ਨੂੰ ਥੋੜਾ ਜਿਹਾ ਘੁਮਾ ਦਿਆਂ ਤਾਂ ਸਭ ਤੋਂ ਗਰਮ ਲੈਟੀਟਿਊਡ, ਸਭ ਤੋਂ ਗਰਮ ਲੈਟੀਟਿਊਡ ਕਿਹੜਾ ਹੋਏਗਾ? ਤਾਂ 0 ਡਿਗਰੀ, ਯਾਨੀ ਇਕੁਏਟਰ। ਠੀਕ ਹੈ ਜੀ, 0 ਡਿਗਰੀ ਯਾਨੀ ਕਿ ਇਕੁਏਟਰ। ਤਾਂ ਆਹ ਵਾਲਾ ਰੀਜਨ ਸਾਰਾ ਗਰਮ ਹੁੰਦਾ ਹੈ, ਪਰ ਸਭ ਤੋਂ ਜ਼ਿਆਦਾ ਗਰਮ ਕਿਹੜਾ ਹੋਏਗਾ? ਇਕੁਏਟਰ। ਅਗਰ ਲੈਟੀਟਿਊਡ ਪੁੱਛ ਲੇਗਾ ਤਾਂ। ਅਗਰ ਪੁੱਛੇਗਾ ਸਭ ਤੋਂ ਠੰਡਾ ਲੈਟੀਟਿਊਡ, ਤਾਂ ਸਭ ਤੋਂ ਠੰਡਾ ਲੈਟੀਟਿਊਡ ਰਾਜੇ ਹੋਏਗਾ 90 ਡਿਗਰੀ ਨਾਰਥ ਤੇ 90 ਡਿਗਰੀ ਸਾਊਥ। ਇਹ ਦੋਵਾਂ ਨੂੰ ਕਿਹਾ ਜਾਂਦਾ ਹੈ ਉੱਤਰੀ ਧਰੁਵ ਯਾਨੀ ਕਿ ਨਾਰਥ ਪੋਲ। ਇਹ ਹੈ ਆਪਣਾ ਸਾਊਥ ਪੋਲ। ਤਾਂ ਅਗਰ ਠੰਡਾ ਲੈਟੀਟਿਊਡ ਪੁੱਛੇ ਤਾਂ ਮੈਂ ਸਿੱਧਾ ਲਿਖਾਂਗਾ ਪੋਲਸ। ਇਹਦੇ ਵਿੱਚ ਦੋਵੇਂ ਹੀ ਕਵਰ ਹੋ ਗਏ, 90 ਡਿਗਰੀ ਨਾਰਥ ਵੀ ਤੇ 90 ਡਿਗਰੀ ਸਾਊਥ ਵੀ। ਠੀਕ ਹੈ ਜੀ, ਤਾਂ ਹੀਟ ਜ਼ੋਨ ਸਮਝ ਆ ਗਿਆ, ਗਰਮ ਠੰਡਾ ਲੈਟੀਟਿਊਡ ਸਮਝ ਆ ਗਿਆ। ਹੁਣ ਦੇਖਦੇ ਹਾਂ ਫੋਕਸ ਸ਼ਿਫਟਿੰਗ ਆਫ ਸਨ। ਇਰੇਜ਼ ਕਰ ਰਿਹਾ ਸਕਰੀਨ ਮੈਂ। ਚਲੋ ਜੀ, ਫੋਕਸ ਸ਼ਿਫਟਿੰਗ ਆਫ ਸਨ ਕੀ ਹੁੰਦਾ ਹੈ? ਹੁਣ ਫੋਕਸ ਪਹਿਲਾਂ ਸ਼ਬਦ ਨੂੰ ਸਮਝਿਆ ਜੇ ਕਿ ਫੋਕਸ ਕੀ ਹੈ। ਠੀਕ ਹੈ, ਮੈਂ ਕਾਲਜ ਟਾਈਮ ਤੇ ਆਪਣੀ ਬੀਟੈਕ ਕਲੀਅਰ ਕੀਤੀ ਜਾਂ BA ਕਲੀਅਰ ਕੀਤੀ। ਸਾਡੀ ਇੱਕ ਗਰੁੱਪ ਫੋਟੋ ਹੋਈ,
ਠੀਕ ਹੈ। ਕੈਮਰਾਮੈਨ ਮੈਨੂੰ ਜਾਣਦਾ ਸੀਗਾ। ਮੈਂ ਉਹਨੂੰ ਜਾ ਕੇ ਇਹ ਕਿਹਾ ਕਿ ਸਾਰਿਆਂ ਦੀ ਫੋਟੋ ਖਿੱਚੀ ਲੇਕਿਨ ਫੋਕਸ ਮੇਰੇ ਤੇ ਹੋਣਾ ਚਾਹੀਦਾ। ਇਹਦਾ ਮਤਲਬ ਕੀ ਹੋ ਗਿਆ ਕਿ ਉਹਨੇ ਜਦੋਂ ਫੋਟੋ ਖਿੱਚੀ, ਐਸ ਫੋਟੋ ਦੇ ਅੰਦਰ ਸਾਰੇ ਹੀ ਆ ਗਏ, ਸਾਰਿਆਂ ਦੀ ਸ਼ਕਲਾਂ ਆਈਆਂ, ਲੇਕਿਨ ਫੋਕਸ ਕਿਹਦੇ ਤੇ ਸੀਗਾ? ਮੇਰੇ ਤੇ। ਗੱਲ ਸਮਝੇ ਫੋਕਸ ਦਾ ਮਤਲਬ ਕੀ ਹੁੰਦਾ? ਚਲੋ ਹੋਰ ਦੇਖਦੇ ਹਾਂ ਅੱਗੇ ਜਾ ਕੇ ਇਹਨੂੰ। ਹੁਣ ਸੂਰਜ ਜਿਹੜਾ ਹੈ ਉਹ ਸਿੱਧਾ ਕਿੱਥੇ ਪੈ ਰਿਹਾ ਸੀਗਾ? ਟ੍ਰੋਪੀਕਲ ਜ਼ੋਨ ਤੇ, ਯਾਨੀ ਕਿ ਆਹ 23:30 ਤੋਂ ਲੈ ਕੇ ਆਹ 23:30 ਦੇ ਵਿਚਕਾਰ ਸੂਰਜ ਦੀਆਂ ਕਿਰਨਾਂ ਕੀ ਪੈਂਦੀਆਂ ਨੇ? ਬਿਲਕੁਲ ਸਿੱਧੀਆਂ। ਠੀਕ ਹੈ। ਆਪਾਂ ਟੇਢੀਆਂ ਕਿਰਨਾਂ ਦਾ ਜ਼ਿਕਰ ਨਹੀਂ ਕਰਨਾ, ਉੱਤੇ ਤਾਂ ਬਿਲਕੁਲ ਹੀ ਨਹੀਂ ਪੈਂਦੀਆਂ ਸੀ, ਹੈ ਨਾ। ਤਾਂ ਆਪਾਂ ਸਿੱਧੀਆਂ ਕਿਰਨਾਂ ਵਾਲੇ ਏਰੀਏ ਦੀ ਗੱਲ ਕਰਾਂਗੇ ਕਿ ਸੂਰਜ ਦੀਆਂ ਕਿਰਨਾਂ ਆਹ ਵਾਲੇ ਏਰੀਏ 'ਚ ਤਾਂ ਬਿਲਕੁਲ ਸਿੱਧੀਆਂ ਪੈਂਦੀਆਂ ਨੇ, ਪਰ ਜਿਹੜਾ ਸੂਰਜ ਦਾ ਫੋਕਸ ਹੈ ਨਾ ਉਹ ਸ਼ਿਫਟ ਹੁੰਦਾ ਰਹਿੰਦਾ। ਠੀਕ ਹੈ ਜੀ। ਹੁਣ ਫੋਕਸ ਸ਼ਿਫਟ ਕਿਵੇਂ ਹੁੰਦਾ ਇਹ ਸਮਝਿਆ ਜੀ? ਆਹ ਵਾਲਾ ਆਪਣਾ ਸੂਰਜ ਹੈ, ਇਹਦੇ ਆਲੇ ਦੁਆਲੇ ਚੱਕਰ ਲਗਾ ਰਹੀ ਹੈ ਧਰਤੀ। ਧਰਤੀ ਇੱਥੇ ਹੈ, ਕਿੰਨੇ ਟਾਈਮ 'ਚ ਪੂਰਾ ਕਰਦੀ ਹੈ? ਆਲਮੋਸਟ 1 ਸਾਲ 'ਚ ਧਰਤੀ ਸੂਰਜ ਦੇ ਆਲੇ ਦੁਆਲੇ ਦਾ ਚੱਕਰ ਪੂਰਾ ਕਰ ਦਿੰਦੀ ਹੈ, ਜਿਹਨੂੰ ਰੈਵੋਲੂਸ਼ਨ ਕਹਿੰਦੇ ਆ। ਰੈਵੋਲੂਸ਼ਨ 1 ਸਾਲ 'ਚ ਪੂਰੀ ਹੁੰਦੀ ਹੈ। ਵੈਸੇ ਤਾਂ 365 ਸਹੀ 1/4 ਹੁੰਦਾ, ਪਰ ਇੱਕ ਵਾਰੀ ਆਪਾਂ ਸਮਝਣ ਵਾਸਤੇ 1 ਸਾਲ ਲੈ ਕੇ ਚੱਲਦੇ ਹਾਂ। ਕਿਵੇਂ ਹੁੰਦੀ ਹੈ? ਸੂਰਜ ਦੇ ਸਾਹਮਣੇ ਧਰਤੀ, 3 ਮਹੀਨਿਆਂ ਬਾਅਦ ਧਰਤੀ ਇੱਥੇ ਪਹੁੰਚਦੀ ਹੈ। ਕਿੰਨਾ ਟਾਈਮ ਲੱਗਿਆ? 3 ਮਹੀਨੇ। ਫਿਰ 3 ਮਹੀਨਿਆਂ ਬਾਅਦ ਧਰਤੀ ਇੱਥੇ ਪਹੁੰਚਦੀ ਹੈ। ਕਿੰਨਾ ਟਾਈਮ ਲੱਗਿਆ? 3 ਮਹੀਨੇ। ਫਿਰ ਇੱਥੇ ਪਹੁੰਚਦੀ ਹੈ। ਕਿੰਨਾ ਟਾਈਮ ਲੱਗਿਆ? 3 ਮਹੀਨੇ। ਫਿਰ ਵਾਪਸ ਉੱਥੇ ਹੀ ਤਾਂ 3 ਮਹੀਨੇ। ਤਾਂ ਧਰਤੀ ਦੀ ਰੈਵੋਲੂਸ਼ਨ ਨੂੰ 4 ਕੁਆਡਰੈਂਟ ਵਿੱਚ ਵੰਡ ਲਿਆ ਮੈਂ, ਪਹਿਲਾ, ਦੂਜਾ, ਤੀਜਾ ਤੇ ਚੌਥਾ। ਠੀਕ ਹੈ। 3 3 3 ਤੇ 3, 3 ਗੁਣਾ 4, 12 ਮਹੀਨੇ ਪੂਰੇ ਹੋ ਗਏ, 1 ਸਾਲ ਪੂਰਾ ਹੋ ਗਿਆ। ਤਾਂ ਕੁਛ ਐਵੇਂ ਚੱਕਰ ਲਗਾਉਂਦੀ ਹੈ। ਜਦੋਂ ਧਰਤੀ 3 ਮਹੀਨਿਆਂ ਬਾਅਦ ਇੱਕ ਕੁਆਡਰੈਂਟ ਤੋਂ ਦੂਜੇ ਕੁਆਡਰੈਂਟ 'ਚ ਜਾਏਗੀ ਤਾਂ ਸੂਰਜ ਦਾ ਫੋਕਸ ਸ਼ਿਫਟ ਹੋ ਜਾਂਦਾ। ਠੀਕ ਹੈ। ਦੂਸਰੇ ਤੋਂ ਤੀਸਰੇ ਤੇ ਜਾਏਗੀ ਤਾਂ ਫੋਕਸ ਸ਼ਿਫਟ ਹੋ ਜਾਏਗਾ, ਤੀਸਰੇ ਤੋਂ ਚੌਥੇ ਤੇ ਜਾਏਗੀ ਫੋਕਸ ਸ਼ਿਫਟ ਹੋ ਜਾਏਗਾ। ਠੀਕ ਹੈ ਜੀ। ਤਾਂ ਮੈਂ ਸਮਝਾਉਣਾ ਸਿਰਫ ਇਹ ਚਾਹ ਰਿਹਾ ਸੀਗਾ ਕਿ ਜਿਹੜਾ ਧਰਤੀ ਤੇ ਸੂਰਜ ਦੀ ਕਿਰਨਾਂ ਆਹ ਵਾਲੇ ਰੀਜਨ 'ਚ ਸਿੱਧੀਆਂ ਬੇਸ਼ੱਕ ਪੈਣਗੀਆਂ, ਪਰ ਸੂਰਜ ਦਾ ਜਿਹੜਾ ਫੋਕਸ ਹੈ ਨਾ ਉਹ ਸ਼ਿਫਟ ਹੁੰਦਾ ਰਹੇਗਾ। ਉਹ ਕਿਵੇਂ ਸ਼ਿਫਟ ਹੋਏਗਾ ਦੇਖਦੇ ਹਾਂ। ਵੇਖੋ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਪਟੈਂਬਰ, ਅਕਤੂਬਰ, ਨਵੰਬਰ ਤੇ ਦਸੰਬਰ। ਪਹਿਲੇ 3 ਮਹੀਨੇ ਬੀਤੇ, ਜਨਵਰੀ, ਫਰਵਰੀ ਤੇ ਮਾਰਚ। ਠੀਕ ਹੈ। ਸੂਰਜ ਦੀਆਂ ਕਿਰਨਾਂ ਦਾ ਫੋਕਸ ਮਾਰਚ ਦੀ 21 ਤਰੀਕ ਨੂੰ ਕਿੱਥੇ ਪੈਣ ਲੱਗਦਾ ਹੈ? ਇਕੁਏਟਰ ਤੇ। ਬਸ ਤੁਸੀਂ ਇਹ ਫੋਕਸ ਦੀ ਤਰੀਕ ਤੇ ਕਿੱਥੇ ਪੈਂਦਾ ਹੈ ਯਾਦ ਰੱਖਿਆ ਜੀ। 21 ਮਾਰਚ ਨੂੰ ਸੂਰਜ ਦੀ ਕਿਰਨਾਂ ਦਾ ਫੋਕਸ ਕਿੱਥੇ ਪੈਂਦਾ ਹੈ? 0 ਡਿਗਰੀ ਤੇ। ਫਸਟ ਕੁਆਡਰੈਂਟ ਵਾਲਾ ਕੇਸ ਖਤਮ ਹੋ ਗਿਆ। ਠੀਕ ਹੈ। ਹੁਣ ਅਪ੍ਰੈਲ, ਮਈ ਤੇ ਜੂਨ, ਫਿਰ 3 ਮਹੀਨੇ ਬੀਤੇ ਤੇ 21 ਜੂਨ ਨੂੰ ਸੂਰਜ ਦੀ ਕਿਰਨਾਂ ਦਾ ਫੋਕਸ ਕਿੱਥੇ ਚਲਾ ਗਿਆ? ਉੱਪਰ। ਹੌਲੀ ਹੌਲੀ ਕਰਦੇ, ਜਿਵੇਂ 3 ਮਹੀਨੇ ਦਾ ਟਾਈਮ ਸੀਗਾ, ਸੂਰਜ ਦਾ ਫੋਕਸ ਉੱਤੇ ਚਲਾ ਗਿਆ। ਉੱਤੇ ਜਾਂਦੇ ਹੋਏ 21 ਜੂਨ ਨੂੰ ਕਿੱਥੇ ਪਹੁੰਚ ਗਿਆ? ਆਹ ਵਾਲੀ ਲਾਈਨ ਤੇ। ਆਹ ਵਾਲੀ ਲਾਈਨ ਕਿਹੜੀ ਸੀ? 23.5 ਡਿਗਰੀ ਨਾਰਥ ਦੀ, ਯਾਨੀ ਕਿ ਟ੍ਰੋਪਿਕ ਆਫ ਕੈਂਸਰ ਤੇ। ਠੀਕ ਹੈ ਜੀ। ਚਲੋ ਅੱਗੇ ਚੱਲਦੇ ਹਾਂ। ਫਿਰ 3 ਮਹੀਨੇ ਬੀਤੇ, ਜੁਲਾਈ, ਅਗਸਤ ਤੇ ਸਪਟੈਂਬਰ। 23 ਸਪਟੈਂਬਰ, ਹੁਣ ਆਹ ਤਰੀਕ ਨਵੀਂ ਹੈ, 23 ਸਪਟੈਂਬਰ, ਸੂਰਜ ਦੀਆਂ ਕਿਰਨਾਂ ਦਾ ਫੋਕਸ ਵਾਪਸ ਥੱਲੇ ਆਉਣ ਲੱਗ ਗਿਆ। ਥੱਲੇ ਆ ਕੇ ਵਾਪਸ ਕਿੱਥੇ ਪਿਆ? 0 ਡਿਗਰੀ ਤੇ। ਇਹ ਰੱਟਾਫਿਕੇਸ਼ਨ ਹੀ ਹੈ, ਕੋਈ ਸਮਝਣ ਵਾਲੀ ਜ਼ਿਆਦਾ ਚੀਜ਼ ਨਹੀਂ ਹੈ। ਫਿਰ 3 ਮਹੀਨੇ ਬੀਤੇ, ਅਕਤੂਬਰ, ਨਵੰਬਰ ਤੇ ਦਸੰਬਰ। ਸੂਰਜ, ਤਰੀਕ ਹੋਈ 22 ਦਸੰਬਰ। ਸੂਰਜ ਦੀ ਕਿਰਨਾਂ ਦਾ ਫੋਕਸ ਹੌਲੀ ਹੌਲੀ ਥੱਲੇ ਆਉਂਦਾ ਗਿਆ ਤੇ ਕਿੱਥੇ ਪਹੁੰਚਿਆ? 23.5 ਡਿਗਰੀ ਸਾਊਥ, ਜਿਹਨੂੰ ਆਪਾਂ ਕਹਿੰਦੇ ਆ ਟ੍ਰੋਪਿਕ ਆਫ ਕੈਪਰੀਕੋਨ। ਠੀਕ ਹੈ ਜੀ। ਤਾਂ ਮੈਂ ਇੱਥੇ ਇੱਕ ਟੇਬਲ ਬਣਾਇਆ ਹੋਇਆ, ਇਹਦੇ 'ਚ ਸਾਰਾ ਕੁਝ ਲਿਖਿਆ ਹੋਇਆ। 21 ਮਾਰਚ ਨੂੰ ਇਕੁਏਟਰ ਤੇ,
21 ਜੂਨ ਨੂੰ ਟ੍ਰੋਪਿਕ ਆਫ ਕੈਂਸਰ ਤੇ 23 ਸੈਪਟੈਂਬਰ ਨੂੰ ਇਕੁਏਟਰ ਤੇ ਵਾਪਸ ਤੇ 22 ਦਸੰਬਰ ਨੂੰ ਟ੍ਰੋਪਿਕ ਆਫ ਕੈਪਰੀਕੋਨ ਤੇ। ਸਿਰਫ ਤੁਸੀਂ ਇਹ ਤਰੀਕਾ ਤੇ ਕਿੱਥੇ ਪੈਂਦੀਆਂ ਨੇ ਸੂਰਜ ਦੀਆਂ ਫੋਕਸ ਦੀਆਂ ਕਿਰਨਾਂ ਯਾਦ ਰੱਖਣੀਆਂ। ਠੀਕ ਹੈ ਜੀ, ਆਈ ਹੋਪ ਇਹ ਕਲੀਅਰ ਹੋ ਗਿਆ ਹੋਏਗਾ ਤੁਹਾਨੂੰ। ਅੱਗੇ ਚੱਲਦੇ ਆ, ਬਸ ਇਹ ਫੋਕਸ ਦਾ ਯਾਦ ਰੱਖਿਆ ਜਾਂਦਾ, ਅੱਗੇ ਆਪਾਂ ਕੰਮ ਲੈਣਾ। ਠੀਕ ਹੈ ਜੀ, ਅੱਗੇ ਚੱਲਦੇ ਆ। ਚਲੋ ਹੁਣ ਆਪਾਂ ਹੀਟ ਜ਼ੋਨ ਵੀ ਪੜ੍ਹਿਆ ਹੈ, ਆਪਾਂ ਨੂੰ ਹੀਟ ਜ਼ੋਨ ਵੀ ਪਤਾ ਲੱਗ ਗਏ ਨੇ ਸਾਰੇ, ਆਪਾਂ ਨੂੰ ਫੋਕਸ ਸ਼ਿਫਟ ਦਾ ਵੀ ਪਤਾ ਲੱਗ ਗਿਆ। ਠੀਕ ਹੈ ਜੀ, ਹੁਣ ਕਿਉਂਕਿ ਮੌਨਸੂਨ ਆਪਾਂ ਅੱਗੇ ਜਾ ਕੇ ਪੜ੍ਹਨਾ ਹੈ, ਤਾਂ ਮੌਨਸੂਨ ਇੱਕ ਤਰ੍ਹਾਂ ਦੀ ਵਿੰਡ ਹੈ ਜਿਹੜੀ ਕਿ ਇੰਡੀਆ ਦੇ ਵਿੱਚ ਮੀਂਹ ਪਾਉਂਦੀ ਹੈ, ਤਾਂ ਆਪਾਂ ਨੂੰ ਵਿੰਡ ਦਾ ਪਤਾ ਹੋਣਾ ਚਾਹੀਦਾ ਕਿ ਵਿੰਡ ਹੁੰਦੀ ਕੀ ਹੈ। ਲੈਟਸ ਸਟੱਡੀ ਫਸਟ ਏਅਰ ਐਂਡ ਵਿੰਡ। ਹੁਣ ਏਅਰ ਤੇ ਵਿੰਡ ਵਿੱਚ ਕੀ ਡਿਫਰੈਂਸ ਹੈ, ਏਅਰ ਐਂਡ ਵਿੰਡ ਵਿੱਚ ਕੀ ਡਿਫਰੈਂਸ ਹੈ। ਜਦੋਂ ਇੱਕ ਜਗ੍ਹਾ ਤੇ ਖੜੀ ਹੋਈ ਹਵਾ ਹੋਏਗੀ ਉਹਨੂੰ ਕਿਹਾ ਜਾਏਗਾ ਏਅਰ। ਜਦੋਂ ਹਵਾ ਕੋਲ ਵੈਲੋਸਿਟੀ ਯਾਨੀ ਕਿ ਚੱਲਣ ਲੱਗ ਜਾਏਗੀ ਇੱਕ ਪਰਟੀਕੂਲਰ ਡਾਇਰੈਕਸ਼ਨ ਵਿੱਚ, ਤਾਂ ਉਹ ਕੀ ਬਣ ਜਾਏਗੀ, ਵਿੰਡ। ਠੀਕ ਹੈ, ਏਅਰ ਤੋਂ ਵਿੰਡ ਬਣਾਉਣਾ ਹੈ, ਆਪਾਂ ਨੂੰ ਕੀ ਚਾਹੀਦੀ ਹੈ, ਉਹਦੀ ਡਾਇਰੈਕਸ਼ਨ। ਠੀਕ ਹੈ ਜੀ, ਤਾਂ ਡਾਇਰੈਕਸ਼ਨ ਹੁਣ ਦੇਗਾ ਕੌਣ, ਆਪਣੀ ਪੂਰੀ ਧਰਤੀ ਤੇ ਹਵਾ ਐਟਮੋਸਫੇਅਰ ਦੇ ਅੰਦਰ ਤਾਂ ਹੈਗੀ ਹੈ ਤੇ ਆਟੋਮੈਟਿਕਲੀ ਉਹ ਚੱਲਦੀ ਰਹਿੰਦੀ ਹੈ, ਤਾਂ ਮਤਲਬ ਉਹਨੂੰ ਕੌਣ ਚਲਾਉਂਦਾ ਹੈ, ਡਾਇਰੈਕਸ਼ਨ ਕੌਣ ਦਿੰਦਾ ਹੈ, ਕਿਹੜੀ ਡਾਇਰੈਕਸ਼ਨ ਤੋਂ ਕਿਹੜੀ ਡਾਇਰੈਕਸ਼ਨ ਹਵਾਵਾਂ ਚੱਲਦੀਆਂ ਨੇ। ਇਹ ਬੜੇ ਸਾਰੇ ਕੁਐਸਚਨ ਅਰਾਈਜ਼ ਹੁੰਦੇ ਨੇ ਦਿਮਾਗ ਵਿੱਚ। ਅੱਗੇ ਚੱਲਦੇ ਆ, ਫਸਟ ਪੁਆਇੰਟ ਦੇਖਿਆ ਜਿਵੇਂ ਕੀ ਲਿਖਿਆ ਹੋਇਆ, ਵਟ ਇਜ਼ ਡਿਫਰੈਂਸ ਬਿਟਵੀਨ ਏਅਰ ਐਂਡ ਵਿੰਡ। ਹਵਾ ਤੇ ਪਵਨ, ਸੌਰੀ ਜਿਹੜਾ ਏਅਰ ਹੈ ਇਹ ਹੁੰਦੀ ਹੈ ਵਾਯੂ, ਵਿੰਡ ਹੁੰਦੀ ਹੈ ਪਵਨ। ਕਹਿੰਦਾ ਵਾਯੂ ਤੇ ਪਵਨ ਦੇ ਵਿੱਚ ਕੀ ਡਿਫਰੈਂਸ ਹੈ, ਤਾਂ ਦੂਸਰੇ ਪੁਆਇੰਟ 'ਚ ਮੈਂ ਲਿਖਿਆ ਹੈ ਕਿ ਵਿੰਡ ਆਲਵੇਜ਼ ਹੈਵ ਡਾਇਰੈਕਸ਼ਨ, ਕਿ ਵਿੰਡ ਕੋਲ ਕੀ ਹੁੰਦੀ ਹੈ, ਡਾਇਰੈਕਸ਼ਨ, ਏਅਰ ਕੋਲ ਕੋਈ ਡਾਇਰੈਕਸ਼ਨ ਨਹੀਂ ਹੁੰਦੀ। ਤੀਸਰੀ ਪੁਆਇੰਟ ਦੀ ਗੱਲ ਕਰਦੇ ਹਾਂ, ਡਾਇਰੈਕਸ਼ਨ ਆਫ ਵਿੰਡ ਇਜ਼ ਡਿਪੈਂਡ ਅਪੋਨ ਐਟਮੋਸਫੇਰਿਕ ਪ੍ਰੈਸ਼ਰ ਐਂਡ ਕੋਰੀਲੀਅਸ ਇਫੈਕਟ। ਇਹ ਪੁਆਇੰਟ ਦਾ ਮਤਲਬ ਕੀ ਹੋ ਗਿਆ ਕਿ ਕਿਸੇ ਵੀ ਵਿੰਡ ਨੂੰ ਡਾਇਰੈਕਸ਼ਨ ਜੇ ਦੇਗੀ ਕੋਈ ਚੀਜ਼, ਉਹ ਹੋਏਗੀ ਇੱਕ ਤਾਂ ਐਟਮੋਸਫੇਰਿਕ ਪ੍ਰੈਸ਼ਰ ਤੇ ਦੂਸਰਾ ਹੋਏਗਾ ਕੋਰੀਲੀਅਸ ਇਫੈਕਟ। ਕੋਰੀਲੀਅਸ ਇਫੈਕਟ ਆ ਲਿਖਿਆ। ਠੀਕ ਹੈ ਜੀ, ਤਾਂ ਆਪਾਂ ਹਵਾ ਪੜ੍ਹਨ ਲੱਗੇ ਹਾਂ, ਹਵਾ ਦਾ ਸਮਝ ਆ ਗਈ ਕਿ ਹਵਾ ਕਿਵੇਂ ਬਣਦੀ ਹੈ। ਹੁਣ ਇਹਦੀ ਡਾਇਰੈਕਸ਼ਨ ਕੌਣ ਡਿਸਾਈਡ ਕਰਦਾ ਹੈ, ਤਾਂ ਦੋ ਫੈਕਟਰ ਨੇ, ਐਟਮੋਸਫੇਰਿਕ ਪ੍ਰੈਸ਼ਰ ਤੇ ਕੋਰੀਲੀਅਸ ਇਫੈਕਟ। ਕਈ ਵਾਰੀ ਇੱਥੋਂ ਕੋਈ ਕੁਐਸਚਨ ਪੁੱਛਣ ਦੇ ਚਾਂਸਸ ਬਣ ਜਾਂਦੇ ਹੁੰਦੇ ਆ, ਤਾਂ ਆਪਾਂ ਦੇਖ ਲੈਂਦੇ ਹਾਂ ਦੋਵਾਂ ਫੈਕਟਰਾਂ ਨੂੰ, ਬੜੇ ਹੀ ਈਜ਼ੀ ਨੇ। ਐਟਮੋਸਫੇਰਿਕ ਪ੍ਰੈਸ਼ਰ ਦੀ ਗੱਲ ਕਰੀਏ ਤਾਂ ਹੁੰਦਾ ਕੀ ਹੈ, ਆਪਣੇ ਵਾਯੂਮੰਡਲ ਦਾ ਆਪਣੇ ਉੱਤੇ ਪਾਇਆ ਗਿਆ ਦਬਾਅ ਐਟਮੋਸਫੇਰਿਕ ਪ੍ਰੈਸ਼ਰ ਕਹਿਲਾਉਂਦਾ ਹੈ। ਇੰਗਲਿਸ਼ ਵਿੱਚ ਮੈਂ ਕੀ ਲਿਖਿਆ, the pressure exerted on us by atmosphere due to gravitational force is atmospheric pressure। ਕਿ ਆਪਣੀ ਧਰਤੀ ਹੈ, ਆਪਾਂ ਆਪਣੀ ਧਰਤੀ ਤੇ ਖੜੇ ਹਾਂ, ਆਪਾਂ ਤਾਂ ਇਹ ਕਹਿ ਦਿੰਦੇ ਹਾਂ ਨਾ ਕਿ ਆਪਾਂ ਆਪਣਾ ਗ੍ਰੈਵੀਟੇਸ਼ਨਲ ਫੋਰਸ ਕਰਕੇ ਧਰਤੀ ਦੇ ਉੱਤੇ ਚੱਲਦੇ ਹਾਂ। ਚੰਦਰਮਾ ਦੇ ਉੱਤੇ ਗ੍ਰੈਵੀਟੇਸ਼ਨਲ ਫੋਰਸ ਨਹੀਂ ਹੁੰਦੀ, ਇਸ ਕਰਕੇ ਉੱਥੇ ਕੋਈ ਲੋਕ ਚੱਲ ਨਹੀਂ ਸਕਦਾ, ਜ਼ਮੀਨ ਤੇ ਹਵਾ 'ਚ ਤੈਰਦੇ ਰਹਿੰਦੇ ਨੇ। ਪਰ ਇਹ ਇੱਕ ਅੱਧੀ ਅਧੂਰੀ ਜਾਣਕਾਰੀ ਹੈ, ਮੈਂ ਦੱਸ ਦੇਣਾ ਕਿ ਗ੍ਰੈਵੀਟੇਸ਼ਨਲ ਫੋਰਸ ਜਿਹੜੀ ਹੈ ਉਹ ਜ਼ਮੀਨ ਦੇ ਅੰਦਰ ਹੁੰਦੀ ਹੈ, ਜ਼ਮੀਨ ਦੇ ਬਾਹਰ ਆਪਣਾ ਵਾਯੂਮੰਡਲ ਹੁੰਦਾ, ਆਲੇ ਦੁਆਲੇ ਆਪਣਾ ਸਾਰਾ ਵਾਯੂਮੰਡਲ ਹੈ। ਇਹ ਵਾਯੂਮੰਡਲ ਆਪਣੇ ਤੇ ਇੱਕ ਦਬਾਅ ਬਣਾ ਕੇ ਰੱਖਦਾ, ਪ੍ਰੈਸ਼ਰ ਪਾ ਕੇ ਰੱਖਦਾ, ਯਾਨੀ ਕਿ ਆਪਣੇ ਸਿਰ ਉੱਤੇ ਵੀ ਪ੍ਰੈਸ਼ਰ ਵਾਯੂਮੰਡਲ ਪਾ ਰਿਹਾ। ਉਹ ਪ੍ਰੈਸ਼ਰ ਕੌਣ ਪਵਾ ਕੌਣ ਰਿਹਾ, ਗ੍ਰੈਵੀਟੇਸ਼ਨਲ ਫੋਰਸ ਇਸ ਵਾਯੂਮੰਡਲ ਨੂੰ ਆਪਣੀ ਔਰ ਖਿੱਚ ਰਹੀ ਹੈ। ਠੀਕ ਹੈ, ਜਦੋਂ ਇਹ ਖਿੱਚਦੀ ਹੈ ਵਾਯੂਮੰਡਲ ਨੂੰ, ਤਾਂ ਇਨਸਾਨ ਵੀ ਵਾਯੂਮੰਡਲ ਦੇ ਅੰਦਰ ਹੀ ਰਹਿੰਦੇ ਨੇ, ਤਾਂ ਉਹ ਵਾਯੂਮੰਡਲ ਇਨਸਾਨਾਂ ਦੇ ਉੱਤੇ ਵੀ ਦਬਾਅ ਪਾ ਕੇ ਰੱਖਦਾ ਹੈ। ਠੀਕ ਹੈ, ਤਾਂ ਉਹ ਵਾਯੂਮੰਡਲ ਦਾ ਦਬਾਅ ਕੀ ਕਹਿਲਾਉਂਦਾ ਹੈ, ਐਟਮੋਸਫੇਰਿਕ ਪ੍ਰੈਸ਼ਰ। ਠੀਕ ਹੈ ਜੀ, ਆਈ ਹੋਪ ਇਹ ਕਲੀਅਰ ਹੋ ਗਿਆ ਹੋਏਗਾ ਕਿ ਆਪਣੇ ਵਾਯੂਮੰਡਲ ਦਾ ਆਪਣੇ ਉੱਤੇ ਪਾਇਆ ਗਿਆ ਦਬਾਅ ਗ੍ਰੈਵੀਟੇਸ਼ਨਲ ਫੋਰਸ ਕਰਕੇ ਐਟਮੋਸਫੇਰਿਕ ਪ੍ਰੈਸ਼ਰ ਕਹਿਲਾਉਂਦਾ ਹੈ। ਚਲਦੇ ਹਾਂ ਜੀ ਅੱਗੇ। ਹੁਣ ਕਹਿੰਦਾ ਕਿ ਆਪਣੀ ਜਿਹੜੀ ਧਰਤੀ ਹੈ
ਇਹਦੇ ਸੈਂਟਰ ਤੇ ਇਕੁਏਟਰ ਹੈ। ਕਈ ਜਗ੍ਹਾ ਤੇ ਐਟਮੋਸਫੇਰਿਕ ਪ੍ਰੈਸ਼ਰ ਜ਼ਿਆਦਾ ਹੋਏਗਾ ਯਾਨੀ ਕਿ ਹਾਈ ਹੋਏਗਾ, ਤੇ ਕਈ ਜਗ੍ਹਾ ਤੇ ਐਟਮੋਸਫੇਰਿਕ ਪ੍ਰੈਸ਼ਰ ਲੋ ਹੋਏਗਾ। ठीक है, ये वाली कंडीशन पैदा होएगी। एक कंडीशन पैदा कौन करेगा? टेम्परेचर। ठीक है, यानी कि एटमोसफेयर दा इनवर्स रिलेशन बनया टेम्परेचर दे नाल, जिन्ना मतलब हो गया कि जिथे टेम्परेचर वधिया उत्थे एटमोसफेरिक प्रैशर घट गया, जिथे टेम्परेचर घटिया उत्थे एटमोसफेरिक प्रैशर वध गया। ठीक है, घटन वधन का मतलब की हो गया कि जिथे टेम्परेचर वधिया गर्मी वाली जगह ते लो प्रैशर एरिया बनेगा, सर्दी वाली जगह ते जिथे टेम्परेचर घटेगा उत्थे हाई प्रैशर एरिया बनेगा। ठीक है जी, तो वेख्या जी 0 डिग्री अपना सब तो गर्म लैटीट्यूड सीगा, आपां पिछे पढ़ के आए हैं। टेम्परेचर इत्थे लो सीगा, सॉरी टेम्परेचर इत्थे हाई सीगा, गर्मी हुंदी ना हाई च, तो इत्थे एटमोसफेरिक प्रैशर की हो गया? घट गया। तो मतलब इक्वेटर ते की बनया? लो प्रैशर एरिया। आपां 23.5 डिग्री की गल करने आ। 23.5 डिग्री दे विच सूरज दीयां किरणां पैंदियां ने, पर 0 डिग्री तो ज़्यादा गर्म तो नहीं हैगा, इस करके 0 डिग्री के मुकाबले 23.5 डिग्री ते टैंपरेचर घट होएगा। 0 डिग्री तो टैंपरेचर बहुत ज़्यादा सी ना, 0 डिग्री के मुकाबले 23.5 डिग्री ते टैंपरेचर घट होएगा। घट होएगा तो इत्थे एटमोसफेरिक प्रैशर ज़्यादा हो जाएगा, यानी कि इत्थे किहड़ा एरिया बनेगा? हाई प्रैशर एरिया। हाई प्रैशर एरिया टू लो प्रैशर एरिया हवा चलती है हमेशा। एक क्वेश्चन आया हुआ बड़ी बारी, याद रखा जे। वेखो सैकेंड पॉइंट वेखो कि लिखा, जो भी मैं समझाया एक चीज़ लिखी है मैं। विंड आर कट्टिया जे इथों, विंड ऑलवेज मूव्स फ्रॉम हाई एटमोसफेरिक प्रैशर एरिया टू लो एटमोसफेरिक प्रैशर एरिया। कहना हवा हमेशा हाई प्रैशर एरिया टू किधर चलती है? लो प्रैशर एरिया। हुणे हाई लो क्यों बनते हैं? जिथे टैंपरेचर घट वध हुंदा है। एटमोसफेरिक प्रैशर का टैंपरेचर के नाल किदां दा रिलेशन बनया? इनवर्स रिलेशन। इनवर्स रिलेशन का मतलब कि जिथे एटमोसफेरिक प्रैशर घट उत्थे टैंपरेचर ज़्यादा होएगा, जिथे टैंपरेचर घट उत्थे एटमोसफेरिक प्रैशर ज़्यादा होएगा। गल समझ गई मेरी? अगे चलते हैं थर्ड पॉइंट ते। वेख्या जी, एटमोसफेरिक प्रैशर इज डिपेंड अपॉन टैंपरेचर, ये आप हुणे हुणे दस के हटे आ। चौथी चीज़, टैंपरेचर हाई एटमोसफेरिक प्रैशर लो, टैंपरेचर लो एटमोसफेरिक प्रैशर हाई। तो ये सीगा एटमोसफेरिक प्रैशर का फंडा। अगे चलते हैं, चलो आ थोड़ा सा स्पेस छड्या है, 6 पॉइंट ते वापस आने। चलो इत्थे एक चीज़ समझो पहला, ये 0 डिग्री सीगा, ये 23.5 डिग्री सीगा नॉर्थ का, ये 23.5 डिग्री की सीगा साउथ का। तो इत्थे बन रहा सीगा हाई प्रैशर एरिया, इत्थे बन रहा सी लो, इत्थे बन रहा सी वापस हाई प्रैशर एरिया। ठीक है, सूरज दियां किरणां बेशक इधर पै रही सीगियां, ठीक है, यानी कि आ जोन केड़ा जोन सीगा? ट्रॉपिकल जोन। पर अगर आपां वेखीए तो मैं दस्सिया सीगा कि 0 डिग्री सब तो गर्म रेखा होंदी है, सब तो गर्म हुंदा है। जेकर गर्म होएगा तो टैंपरेचर ज़्यादा है, टैंपरेचर ज़्यादा है तो एटमोसफेरिक प्रैशर लो हो गया, इस करके मैं इत्थे की लिखिया? लो। हुण 0 डिग्री नाल 23.5 आ वाला कंपेयर करो ते आ वाला कंपेयर करो, इत्थे गर्मी घट होएगी। गर्मी घट होने का मतलब टैंपरेचर लो होएगा, टैंपरेचर लो होएगा तो एटमोसफेरिक प्रैशर हाई हो जाएगा। एटमोसफेरिक प्रैशर हाई हो गया, वो मैं इत्थे लिखिया हाई हो जाएगा। तो मतलब इत्थे भी फिर हाई हो गया, सेम कंडीशन लग गई, तो इत्थे भी मैं हाई लिखता।
ਤੇ ਹਵਾ ਦੀ ਪ੍ਰੋਪਰਟੀ ਕੀ ਸੀ, ਕੋਈ ਵੀ ਵਿੰਡ ਦੀ ਪ੍ਰੋਪਰਟੀ ਕੀ ਸੀ ਕਿ ਉਹ ਹਾਈ ਪ੍ਰੈਸ਼ਰ ਤੋਂ ਕਿੱਥੇ ਚਲਦੀ ਹੈ, ਲੋ ਪ੍ਰੈਸ਼ਰ। ਹੁਣ ਇਹਦੀ ਐਗਜ਼ਾਮਪਲ ਲੈਂਦੇ ਆ ਰੋਜ਼ਮर्रा ਦੀ ਜ਼ਿੰਦਗੀ 'ਚ। ਤੁਹਾਡੇ ਪੇਰੈਂਟਸ ਨੂੰ ਤੁਸੀਂ ਅਕਸਰ ਗਰਮੀਆਂ 'ਚ ਇਹ ਕਹਿੰਦੇ ਸੁਣੋਗੇ ਕਿ ਯਾਰ ਅੱਜ ਬਹੁਤ ਗਰਮੀ ਹੋਈ ਪਈ ਹੈ, ਬਹੁਤ ਹੁਮਸ ਹੋਈ ਪਈ ਹੈ, ਬਹੁਤ ਹੀ ਜ਼ਿਆਦਾ ਗਰਮੀ ਹੈ, ਐਵੇਂ ਲੱਗਦਾ ਘੁੱਟਣ ਹੋ ਰਹੀ ਹੈ ਤੇ ਕੋਈ ਨਾ ਕੋਈ ਤੂਫਾਨ, ਆਂधी ਜਾਂ ਮੀਂਹ ਆਏਗਾ, ਕੋਈ ਨਾ ਕੋਈ ਚੀਜ਼ ਆਏਗੀ। ਤਾਂ ਮਤਲਬ ਉਹ ਪ੍ਰੈਕਟੀਕਲੀ ਜਾਂ ਟੈਕਨੀਕਲੀ ਕੀ ਫੇਸ ਕਰ ਰਹੇ ਨੇ ਕਿ ਉਸ ਏਰੀਏ 'ਚ ਇੰਨੀ ਜ਼ਿਆਦਾ ਗਰਮੀ ਲੱਗ ਰਹੀ ਹੈ ਉਹਨਾਂ ਨੂੰ। ਜ਼ਿਆਦਾ ਗਰਮੀ ਲੱਗਣ ਦਾ ਮਤਲਬ ਟੈਂਪਰੇਚਰ ਹਾਈ ਹੋ ਜਾਣਾ ਤੇ ਹਾਈ ਹੋ ਜਾਣਾ ਦਾ ਪ੍ਰੈਸ਼ਰ ਲੋ ਹੋ ਜਾਣਾ। ਹੁਣ ਉਹ ਲੋ ਪ੍ਰੈਸ਼ਰ ਏਰੀਆ ਫੀਲ ਕਰ ਰਹੇ ਨੇ ਤੇ ਆਪਾਂ ਨੂੰ ਪਤਾ ਹੈ ਕਿ ਜਿੱਥੇ ਵੀ ਲੋ ਬਣੇਗਾ ਉਹਦੇ ਆਲੇ ਦੁਆਲੇ ਹਾਈ ਪ੍ਰੈਸ਼ਰ ਬਣਨਗੇ ਹੀ ਬਣਨਗੇ। ਫਿਰ ਹਵਾ ਚੱਲੇਗੀ, ਉਹ ਹਵਾ ਆਂਧੀਆਂ ਦੀ ਤਰ੍ਹਾਂ ਥੱਲੇ ਪਹੁੰਚੇਗੀ ਇੱਕ ਤੂਫਾਨ ਲੈ ਕੇ। ਤੇ ਹਾਈ ਪ੍ਰੈਸ਼ਰ ਹਵਾ ਕਿਵੇਂ ਚੱਲੀ, ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ, ਉੱਤੋਂ ਵੀ ਤੇ ਥੱਲੇ। ਠੀਕ ਹੈ ਜੀ, ਤਾਂ ਹਵਾ ਐਵੇਂ ਚੱਲਦੀ ਹੈ। ਠੀਕ ਹੈ, ਆਈ ਹੋਪ ਤੁਹਾਨੂੰ ਵਿੰਡ ਸਮਝ ਆ ਗਈ। ਵਿੰਡ ਨੂੰ ਡਾਇਰੈਕਸ਼ਨ ਕੌਣ ਦਿੰਦਾ, ਐਟਮੋਸਫੇਰਿਕ ਪ੍ਰੈਸ਼ਰ ਸਮਝ ਆ ਗਿਆ। ਠੀਕ ਹੈ, ਪਹਿਲਾ ਫੈਕਟਰ ਸੀਗਾ। ਦੂਸਰਾ ਫੈਕਟਰ ਕੋਰੇਲੀਅਸ ਇਫੈਕਟ ਸੀਗਾ ਡਾਇਰੈਕਸ਼ਨ ਦੇਣ ਵਾਸਤੇ, ਉਹ ਅੱਗੇ ਦੇਖਦੇ ਹਾਂ। 6ਵੇਂ ਪੁਆਇੰਟ ਦੇ ਕੁਝ ਇੰਪੋਰਟੈਂਟ ਕੁਐਸਚਨ ਨੇ। ਇੰਸਟਰੂਮੈਂਟ ਯੂਜ਼ ਟੂ ਮੈਜ਼ਰ ਐਟਮੋਸਫੇਰਿਕ ਪ੍ਰੈਸ਼ਰ, ਕਿ ਵਾਯੂਮੰਡਲੀय ਦਾਬ ਨੂੰ ਮਾਪਣ ਦੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ, ਬੈਰੋਮੀਟਰ। ਠੀਕ ਹੈ ਜੀ। 7ਵਾਂ, ਹਾਈਐਸਟ ਐਟਮੋਸਫੇਰਿਕ ਪ੍ਰੈਸ਼ਰ ਫਾਊਂਡਸ ਐਟ ਪੋਲਸ। ਹਾਈਐਸਟ ਮਤਲਬ ਜਿਹੜੇ ਆਪਣੇ 90 ਡਿਗਰੀ ਨੇ ਨੌਰਥ ਤੇ 90 ਡਿਗਰੀ ਸਾਊਥ, ਇੱਥੇ ਤਾਂ ਬਰਫ਼ ਜੰਮੀ ਰਹਿੰਦੀ ਹੈ ਦੋਵਾਂ ਤੇ। ਜੇ ਬਰਫ਼ ਜੰਮੀ ਰਹੇਗੀ ਤਾਂ ਟੈਂਪਰੇਚਰ ਨੈਗੇਟਿਵ 'ਚ ਹੋਏਗਾ, ਟੈਂਪਰੇਚਰ ਨੈਗੇਟਿਵ ਵਿੱਚ ਹੋਏਗਾ ਤਾਂ ਟੈਂਪਰੇਚਰ ਬਹੁਤ ਥੱਲੇ ਹੋਏਗਾ ਤੇ ਐਟਮੋਸਫੇਰਿਕ ਪ੍ਰੈਸ਼ਰ ਬਹੁਤ ਹਾਈ ਹੋਏਗਾ ਦੋਵਾਂ ਸਾਈਡ ਤੇ। ਤਾਂ ਮੈਂ ਉਹੀ ਗੱਲ ਲਿਖੀ ਕਿ ਹਾਈਐਸਟ ਐਟਮੋਸਫੇਰਿਕ ਪ੍ਰੈਸ਼ਰ ਫਾਊਂਡ ਐਟ ਪੋਲਸ, 90 ਡਿਗਰੀ ਨੌਰਥ ਤੇ 90 ਡਿਗਰੀ ਸਾਊਥ। 7ਵੇਂ ਤੇ 8ਵੇਂ ਤੇ ਆਉਂਦੇ ਹਾਂ। ਲੋਐਸਟ ਐਟਮੋਸਫੇਰਿਕ ਪ੍ਰੈਸ਼ਰ ਇਜ਼ ਫਾਊਂਡ ਐਟ ਇਕੁਏਟਰ, ਉਹ ਆਪਾਂ ਲਿਖਿਆ ਹੀ ਹੋਇਆ। ਇਕੁਏਟਰ ਗਰਮ ਹੈ, ਟੈਂਪਰੇਚਰ ਬਹੁਤ ਹਾਈ ਹੈ ਤੇ ਪ੍ਰੈਸ਼ਰ ਕੀ ਹੋ ਗਿਆ, ਲੋ ਹੋ ਗਿਆ। ਏਅਰ ਆਲਵੇਜ਼ ਮੂਵਸ ਫਰੋਮ ਹਾਈ ਐਟਮੋਸਫੇਰਿਕ ਪ੍ਰੈਸ਼ਰ ਏਰੀਆ ਟੂ ਲੋ ਐਟਮੋਸਫੇਰਿਕ ਪ੍ਰੈਸ਼ਰ ਏਰੀਆ। ਠੀਕ ਹੈ ਜੀ, ਇਹ ਬੜਾ ਇੰਪੋਰਟੈਂਟ ਹੈ, ਯਾਦ ਰੱਖਿਆ ਜਿੰਦੇ ਕੁਐਸਚਨ ਬਣਦਾ। 8 ਪੁਆਇੰਟ ਪੂਰੇ ਹੋ ਗਏ। 9ਵਾਂ ਪੁਆਇੰਟ ਮੈਂ ਲਿਖਿਆ ਨਹੀਂ ਹੋਇਆ, ਮੈਂ ਦੁਬਾਰਾ ਲਿਖ ਰਿਹਾ ਇੱਥੇ, 9th ਲਿਖ ਕੇ ਲਿਖ ਲਓ। ਵਿੰਡ ਡਾਇਰੈਕਸ਼ਨ ਮਾਪਣ ਵਾਲਾ ਯੰਤਰ, ਵਿੰਡ ਡਾਇਰੈਕਸ਼ਨ ਮਾਪਣ ਵਾਲਾ ਯੰਤਰ, ਇੰਸਟਰੂਮੈਂਟ। ਵਿੰਡ ਵੇਨ, ਹਵਾ ਦੀ ਦਿਸ਼ਾ ਮਾਪਣ ਵਾਲਾ ਯੰਤਰ ਕੀ ਕਹਿਲਾਉਂਦਾ ਹੈ, ਵਿੰਡ ਵੇਨ। ਠੀਕ ਹੈ, ਇੱਥੇ ਲਿਖ ਰਿਹਾ ਮੈਂ 9ਵਾਂ, ਵਿੰਡ ਡਾਇਰੈਕਸ਼ਨ, ਕਿਸ ਦਿਸ਼ਾ ਵੱਲ ਹਵਾ ਚੱਲ ਰਹੀ ਹੈ ਉਹਨੂੰ ਮਾਪਣ ਵਾਲਾ ਇੰਸਟਰੂਮੈਂਟ ਕਿਹੜਾ ਹੈ, ਵਿੰਡ ਵੇਨ। ਠੀਕ ਹੈ ਜੀ। 10ਵਾਂ ਪੁਆਇੰਟ, ਵਿੰਡ ਦੀ ਸਪੀਡ ਜਾਂ ਵੈਲੋਸਿਟੀ ਮਾਪਣ ਵਾਲਾ ਇੰਸਟਰੂਮੈਂਟ ਕਿਹੜਾ ਹੈ, ਐਨੀਮੋਮੀਟਰ। ਠੀਕ ਹੈ ਜੀ, ਤਾਂ ਇਹ 10 ਚੀਜ਼ਾਂ ਖਤਮ ਹੋ ਗਈਆਂ। ਤੁਹਾਨੂੰ ਏਅਰ ਬਾਰੇ ਪਤਾ ਲੱਗ ਚੁੱਕਿਆ ਹੈ, ਡਾਇਰੈਕਸ਼ਨ ਨਹੀਂ ਹੁੰਦੀ, ਡਾਇਰੈਕਸ਼ਨ ਜਿੰਨੀ ਹੁੰਦੀ ਹੈ ਉਹ ਵਿੰਡ ਹੁੰਦੀ ਹੈ। ਡਾਇਰੈਕਸ਼ਨ ਦਿੰਦੇ ਕੌਣ ਨੇ, ਦੋ ਫੈਕਟਰ, ਐਟਮੋਸਫੇਰਿਕ ਪ੍ਰੈਸ਼ਰ ਤੇ ਕੋਰੇਲੀਅਸ ਇਫੈਕਟ। ਇਹਨੂੰ ਪੜ੍ਹ ਲਿਆ ਆਪਾਂ, ਹੁਣ ਇਹਨੂੰ ਪੜ੍ਹਨਾ। ਕੋਰੇਲੀਅਸ ਇਫੈਕਟ ਕੀ ਹੁੰਦਾ, ਵੇਖਿਆ ਜੀ। ਪਹਿਲਾਂ ਤਾਂ ਇੱਕ ਚੀਜ਼ ਆ ਦੇਖ ਲਓ, ਅਗਰ ਕੋਈ ਬੰਦਾ ਉੱਪਰੋਂ ਥੱਲੇ ਆ ਰਿਹਾ, ਉੱਪਰੋਂ ਥੱਲੇ ਆ ਰਿਹਾ ਤਾਂ ਇਹਦਾ ਸੱਜਾ ਪਾਸਾ ਕਿਹੜਾ ਹੋਏਗਾ, ਆਹ ਵਾਲਾ, ਖੱਬਾ ਪਾਸਾ ਇਹ ਹੋਏਗਾ, ਮਤਲਬ ਮੂੰਹ ਥੱਲੇ ਨੂੰ ਇਹਦਾ। ਅਗਰ ਕੋਈ ਬੰਦਾ ਉੱਤੇ ਨੂੰ ਜਾ ਰਿਹਾ, ਮੂੰਹ ਉੱਤੇ ਨੂੰ ਹੈ ਤਾਂ ਇਹਦਾ ਸੱਜਾ ਪਾਸਾ ਆਹ ਵਾਲਾ ਤੇ ਖੱਬਾ ਪਾਸਾ ਆਹ ਵਾਲਾ। ਠੀਕ ਹੈ, ਯਾਦ ਰੱਖਿਆ ਜੀ। ਹੁਣ ਕੋਰੇਲੀਅਸ ਇਫੈਕਟ ਕੀ ਹੈ, ਦੋ ਭਰਾ ਸੀਗੇ, ਕੋਰੇਲੀਅਸ ਨਾਮ ਦਾ ਇੱਕ ਸਾਇੰਟਿਸਟ ਜਾਂ ਜਿਓਗ੍ਰਾਫਰ, ਇੱਕ ਸੀਗਾ ਫੈਰਲ। ਇਹ ਦੋ ਬੰਦਿਆਂ ਨੇ ਕਿਹਾ, ਕਹਿੰਦਾ ਕਿ ਅਸੀਂ ਸਹਿਮਤ ਹਾਂ ਕਿ ਹਵਾ ਨੂੰ ਡਾਇਰੈਕਸ਼ਨ ਐਟਮੋਸਫੇਰਿਕ ਪ੍ਰੈਸ਼ਰ ਦਿੰਦਾ ਤੇ ਹਵਾ ਹਮੇਸ਼ਾ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਚੱਲਦੀ ਹੈ, ਅਸੀਂ ਸਹਿਮਤ ਹਾਂ। ਪਰ ਅਸੀਂ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦੇ ਹਾਂ ਹਵਾ ਦੀ ਦਿਸ਼ਾ ਨੂੰ ਲੈ ਕੇ।
ठीक है, यानी इन्होंने एक सिद्धांत दिता, वो सिद्धांत किस नाम तो फेमस हो गया, कोरेलियस इफेक्ट तो। दूसरी बुक्स ਵਿੱਚ कई जगह ਤੇ ਇਹਨੂੰ ਫੈਰਲ ਲਾ ਵੀ ਕਿਹਾ ਜਾਂਦਾ ਹੈ, ਫੈਰਲ ਦਾ ਨਿਯਮ। ਤਾਂ ਦੋ ਸਾਇੰਟਿਸਟ ਸੀਗੇ, ਉਹਨਾਂ ਨੇ ਆਪਦੇ ਨਾਮ ਤੋਂ ਲਿਖਿਆ ਫੈਰਲ, FARRAL, ਇਹਨੂੰ ਕਰੈਕਟ ਕਰ ਲਿਆ ਜੇ ਇੱਥੇ। ਠੀਕ ਹੈ ਜੀ, ਇਹਨਾਂ ਨੇ ਕਿਹਾ ਕਿ ਵੇਖੋ ਧਰਤੀ ਜਿਹੜੀ ਆਪਣੀ ਹੈ ਇਹ ਆਪਣੇ ਅਕਸ਼ ਤੇ ਵੀ ਘੁੰਮ ਰਹੀ ਹੈ ਤੇ ਸੂਰਜ ਆਲੇ ਦੁਆਲੇ ਵੀ ਘੁੰਮ ਰਹੀ ਹੈ, ਹਨਾ। ਆਪਦੇ ਅਕਸ਼ ਤੇ 24 ਘੰਟਿਆਂ 'ਚ ਇੱਕ ਚੱਕਰ ਪੂਰਾ ਕਰਦੀ ਹੈ, ਤਾਂ ਹੀ ਆਪਣੇ ਦਿਨ ਰਾਤ ਬਣਦੇ ਨੇ। ਸੂਰਜ ਦੇ ਆਲੇ ਦੁਆਲੇ ਚੱਕਰ 365 ਸਹੀ 1/4 'ਚ ਪੂਰਾ ਕਰਦੀ ਹੈ, ਇਹ ਆਪਾਂ ਨੂੰ ਪਤਾ ਹੈ। ਹੁਣ ਧਰਤੀ ਦੀ ਦੈਨਿਕ ਗਤੀ ਜਿਹੜੀ ਇੱਕ ਦਿਨ 'ਚ ਪੂਰੀ ਹੋ ਜਾਂਦੀ ਹੈ ਉਹਨੂੰ ਕਹਿੰਦੇ ਆ ਰੋਟੇਸ਼ਨ। ਇਸ ਰੋਟੇਸ਼ਨ ਕਰਕੇ ਆ ਹਵਾ ਦੀ ਦਿਸ਼ਾ 'ਚ ਕੁਝ ਫਰਕ ਪੈਂਦਾ, ਠੀਕ ਹੈ। ਵਾਸ਼ਿੰਗ ਮਸ਼ੀਨ ਆਪਾਂ ਘਰਾਂ 'ਚ ਵਰਤਦੇ ਹਾਂ, ਕੱਪੜੇ ਪਾਉਂਦੇ ਹਾਂ, ਗੋਲ ਗੋਲ ਘੁੰਮਦੀ ਹੈ ਤੇ ਸਾਰੀ ਮੈਲ ਬਾਹਰ ਆ ਜਾਂਦੀ ਹੈ। ਬਾਰਿਸ਼ ਦੇ ਦਿਨਾਂ 'ਚ ਅਗਰ ਆਪਾਂ ਬਾਈਕ ਵਹੀਕਲ ਸਾਈਕਲ ਕੁਝ ਵੀ ਚਲਾਉਂਦੇ ਹਾਂ, 2 ਵੀਲਰ, ਤਾਂ ਉਹਦੇ ਟਾਇਰਾਂ ਤੋਂ ਪਾਣੀ ਬਾਹਰ ਉੱਡਦਾ ਹੈ, ਠੀਕ ਹੈ। ਤਾਂ ਮਤਲਬ ਕੋਈ ਵੀ ਚੀਜ਼ ਗੋਲ ਗੋਲ ਘੁੰਮੇਗੀ ਤਾਂ ਉਹਦੇ ਅੰਦਰ ਦੋ ਬਲ ਜਾਂ ਦੋ ਫੋਰਸਿਸ ਕੰਮ ਕਰਦੀਆਂ ਨੇ, ਸੈਂਟਰੀਪੀਟਲ ਤੇ ਸੈਂਟਰੀਫਿਊਗਲ, ਠੀਕ ਹੈ। ਤੁਸੀਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ, ਸਿਰਫ ਇੰਨਾ ਸਮਝੋ ਕਿ ਹਵਾ ਜਿਹੜੀ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ, ਇੱਥੇ ਲਾਈਨ ਹੁੰਦੀ ਸੀ 23.5, ਆਹ ਲਾਈਨ ਹੈ 0, ਆਹ ਲਾਈਨ ਹੈ ਫਿਰ ਵਾਪਸ 23.5 ਸਾਊਥ ਵਾਲੀ, ਇਹ ਨਾਰਥ ਦੀ ਸੀਗੀ। ਇੱਥੇ ਬਣਦਾ ਹੈ ਹਾਈ ਪ੍ਰੈਸ਼ਰ ਏਰੀਆ, ਇੱਥੇ ਬਣਦਾ ਹੈ ਲੋ ਪ੍ਰੈਸ਼ਰ ਏਰੀਆ, ਤੇ ਇੱਥੇ ਵੀ ਬਣਦਾ ਹੈ ਹਾਈ ਪ੍ਰੈਸ਼ਰ ਏਰੀਆ, ਠੀਕ ਹੈ ਜੀ। ਤੇ ਹਵਾ ਹਮੇਸ਼ਾ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਐਵੇਂ ਚੱਲਦੀ ਹੈ, ਠੀਕ ਹੈ। ਚੱਲਣੀ ਤਾਂ ਸਿੱਧੀ ਚਾਹੀਦੀ ਸੀ, ਬਟ ਕੋਰੇਲੀਅਸ ਨੇ ਕਿਹਾ ਕਿ ਜਦੋਂ ਵੀ ਹਵਾ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਚੱਲੇਗੀ, ਇਹ ਉੱਤਰੀ ਗੋਲੇ 'ਚ, ਆਹ ਵਾਲਾ ਆਪਣਾ ਉੱਤਰੀ ਗੋਲਾ ਸੀਗਾ, ਆਹ ਵਾਲਾ ਆਪਣਾ ਦੱਖਣੀ ਗੋਲਾ ਸੀ, ਠੀਕ ਹੈ, ਸਾਊਥ ਨਾਰਥ। ਉੱਤਰੀ ਗੋਲੇ 'ਚ ਇਹ ਹਵਾ ਆਪਦੇ ਸੱਜੇ ਪਾਸੇ ਮੁੜ ਜਾਏਗੀ। ਵੇਖੋ ਕਿਵੇਂ ਫੋਟੋ ਬਣੀ ਹੋਈ ਹੈ ਕਿ ਇਹ ਹਵਾ ਹਾਈ ਪ੍ਰੈਸ਼ਰ ਇੱਥੇ ਹਾਈ ਸੀਗਾ, ਇੱਥੇ ਲੋ ਹੁੰਦਾ, ਇੱਥੇ ਵਾਪਿਸ ਹਾਈ ਹੁੰਦਾ, ਸਿੱਧਾ ਐਵੇਂ ਚੱਲਣੀ ਚਾਹੀਦੀ ਸੀਗੀ, ਹੈ ਨਾ, ਪਰ ਐਵੇਂ ਚੱਲਦੀ ਨਹੀਂ। ਇਹ ਕਹਿੰਦਾ ਆਪਦੇ ਸੱਜੇ ਪਾਸੇ ਮੁੜੇਗੀ ਨੌਰਦਰਨ ਹੈਮੀਸਫੇਅਰ 'ਚ, ਤਾਂ ਨੌਰਦਰਨ ਹੈਮੀਸਫੇਅਰ 'ਚ ਮੈਂ R ਲਿਖਤਾ, ਤੇ ਸਾਊਦਰਨ ਹੈਮੀਸਫੇਅਰ 'ਚ ਆਪਦੇ ਖੱਬੇ ਪਾਸੇ ਮੁੜੇਗੀ, ਯਾਨੀ ਲੈਫਟ ਲਿਖਤਾ। ਆ ਵੇਖੋ ਇੱਧਰੋਂ ਚੱਲੀ, ਅਗਰ ਕੋਈ ਇਨਸਾਨ ਇੱਧਰ ਜਾ ਰਿਹਾ ਤਾਂ ਉਹਦਾ ਖੱਬਾ ਪਾਸਾ ਆਹ ਵਾਲਾ, ਤਾਂ ਆਪਦੇ ਖੱਬੇ ਪਾਸੇ ਮੁੜ ਗਈ, ਠੀਕ ਹੈ ਜੀ। ਨੌਰਦਰਨ ਹੈਮੀਸਫੇਅਰ 'ਚ ਇਹਨੇ ਸਿੱਧਾ ਥੱਲੇ ਜਾਣਾ ਸੀ, ਇਹਦਾ ਸੱਜਾ ਪਾਸਾ ਆਹ ਸੀ, ਖੱਬਾ ਪਾਸਾ ਆਹ ਸੀ, ਆਹ ਇੱਥੇ ਸਮਝਾਇਆ ਸੀ ਮੈਂ। ਤਾਂ ਆਪਦੇ ਸੱਜੇ ਪਾਸੇ ਹਵਾ ਡਿਫਲੈਕਟ ਹੋ ਗਈ, ਤਾਂ ਹਵਾਵਾਂ ਕੁਛ ਐਵੇਂ ਚੱਲਦੀਆਂ ਨੇ ਨੌਰਦਰਨ ਹੈਮੀਸਫੇਅਰ 'ਚ ਤੇ ਸਾਊਦਰਨ 'ਚ। ਬਸ ਇਹ ਸਿਧਾਂਤ ਦਿੱਤਾ ਕੋਰੇਲੀਅਸ ਨੇ, ਕਹਿੰਦਾ ਕਿ ਵਿੰਡ ਡਿਫਲੈਕਟਸ, ਡਿਫਲੈਕਟ ਦਾ ਮਤਲਬ ਹੁੰਦਾ ਮੁੜਨਾ, ਟੂਵਰਡ ਮਤਲਬ ਕੀ ਤਰਫ, ਇਟਸ ਰਾਈਟ ਇਨ नॉर्दर्न हेमिस्फीयर, उत्तरी गोले 'ਚ हवा आपदे राइट साइड की तरफ मुड़ जाती है, ਤੇ ਸਾਊਦਰਨ ਹੈਮੀਸਫੇਅਰ 'ਚ ਇੱਥੇ ਨੌਰਦਰਨ ਲਿਖਿਆ, ਇਹਨੂੰ ਸਾਊਦਰਨ ਕਰ ਲਿਆ ਜੇ, ਸਾਊਦਰਨ ਹੈਮੀਸਫੇਅਰ 'ਚ ਆਪਦੇ ਲੈਫਟ ਸਾਈਡ ਮੁੜ ਜਾਂਦੀ ਹੈ। ਸਿਰਫ ਇੰਨੀ ਗੱਲ। ਅੱਗੇ ਚੱਲਦੇ ਹਾਂ। ਹੁਣ ਇੱਥੋਂ ਟੌਪਿਕ ਸ਼ੁਰੂ ਹੋਏਗਾ ਕਲਾਈਮੇਟ ਆਫ ਇੰਡੀਆ, ਇਹ ਆਪਾਂ ਅਗਲੇ ਲੈਕਚਰ 'ਚ ਕਰਾਂਗੇ। ਅੱਜ ਵਾਸਤੇ ਇੰਨਾ ਹੀ। ਕਲਾਈਮੇਟ ਆਫ ਇੰਡੀਆ ਸੈਕਿੰਡ ਪਾਰਟ 'ਚ ਸਾਰਾ ਖਤਮ ਹੋ ਜਾਏਗਾ।